बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। ਅੱਜ एक बहुत बड़ी ब्रेकिंग न्यूज़ ਤੁਹਾਡੇ ਨਾਲ शेयर ਕਰਨ ਲੱਗਾ कि लाहौर ਦੇ ਵਿੱਚ इंस्पैक्टर सैफुल्ला नियाजी ਨੂੰ ਜਿਹਨੇ ਮਾਰਿਆ ਸੀ, ਕਤਲ ਕੀਤਾ ਸੀ, ਉਹਦੇ ਵਾਲਦ ਨੂੰ 14 ਤਰੀਕ ਨੂੰ ਜੁਮੇ ਵਾਲੇ ਦਿਨ ਰਾਤ ਨੂੰ 12:30 ਵਜੇ ਮਾਰ ਦਿੱਤਾ ਜਾਂਦਾ। ਉਹਦੀ ਮੁਕੰਮਲ ਤਫਸੀਲਾਤ कि यह क्यों किदां वाकया पेश आया, किस तरह स्टार्टिंग हुई, उसकी मुकम्मल तफसीलात अज की इस वीडियो दे विच मैं तुहाडे नाल शेयर करांगा। तुहानूं पता 21 जनवरी 2025 ਨੂੰ इंस्पैक्टर सैफुल्ला नियाजी ਜਿਹੜਾ लाहौर ਦਾ बहुत बड़ा डॉन गिणिया ਜਾਂਦਾ ਸੀ और बहुत बड़ा एक किस्म ਦਾ बदतमीज़ ਬੰਦਾ ਸੀ। यानी बहुत लोगों ਨੂੰ ਜਿਹਨੂੰ ਵੀ ਪਕੜਦਾ ਸੀ ਉਹਨੂੰ ਗਾਲੀਆਂ ਦੇਣਾ ਸ਼ੁਰੂ ਹੋ ਜਾਂਦਾ ਸੀ। ਯਾਨੀ ਉਹਦਾ ਰਵੱਈਆ ਜਿਹੜਾ ਸੀ ਬੜਾ ਗਲਤ ਸੀ, ਤਰੀਕਾ ਗਲਤ ਸੀ ਔਰ ਬਦਤਮੀਜ਼ ਬੰਦਾ ਸੀ। ਇਹਦਾ ਇੱਕ ਜ਼ਾਤੀ ਮੁਲਾਜ਼ਮ ਸੀ ਅਦੀਲ, ਜਿਹੜਾ ਇਹਦੇ ਕੱਪੜੇ ਧੋਬੀ ਕੋਲੋਂ ਇਸਤਰੀ ਕਰਵਾ ਕੇ ਲੈ ਕੇ ਆਣਾ ਜਾਂ ਕਿਸੇ ਬੰਦੇ ਨੂੰ ਕੋਈ ਸੁਨੇਹਾ ਦੇਣਾ ਜਾਂ ਕੋਈ ਡੀਲ ਕਰਨਾ, ਇਹ ਜ਼ਾਤੀ ਮੁਲਾਜ਼ਮ ਸਮਝ ਇਹਨੇ ਰੱਖਿਆ ਹੋਇਆ ਸੀ। ਸ਼ੇਰਾ ਕੋਟ ਦੇ ਵਿੱਚ ਜਦੋਂ ਰਹਿੰਦਾ ਸੀ ਨਿਆਜ਼ੀ ਅੱਡੇ ਦੇ ਕੋਲ ਉੱਪਰ ਵਾਲੀ ਕੋ ਮੰਜ਼ਲ ਤੇ ਰਹਿੰਦਾ ਸੀ। ਥੱਲੇ ਅਦੀਲ ਦੀ ਇੱਕ ਵਰਕਸ਼ਾਪ ਵੀ ਸੀ, ਮਕੈਨਿਕ ਵੀ ਸੀ। ਅਦੀਲ ਦੇ ਨਾਲ ਇਹਨੇ ਕੋਈ ਬਦਤਮੀਜ਼ੀ ਕੀਤੀ ਸੀ ਜਿਹਦੀ ਵਜ੍ਹਾ ਨਾਲ ਅਦੀਲ ਨੂੰ ਬੜਾ ਗੁੱਸਾ ਚੜਿਆ ਸੀ। ਇਹਨੇ ਗਾਲਾਂ ਗੂਲਾਂ ਵੀ ਅਦੀਲ ਨੂੰ ਕੱਢੀਆਂ ਸੀ ਤੇ ਅਦੀਲ ਨੇ ਉਹਦਾ ਹੀ ਪਿਸਟਲ ਫੜ ਕੇ ਅੰਦਰੋਂ ਲਿਆ ਕੇ ਤੇ ਉਹਨੂੰ ਫਾਇਰ ਮਾਰ ਦਿੱਤੇ ਸੀ ਔਰ ਉਹਨੂੰ ਮੌਕੇ ਤੇ ਮਾਰ ਦਿੱਤਾ ਸੀ ਇੰਸਪੈਕਟਰ ਸੈਫੁੱਲਾ ਨਿਆਜ਼ੀ ਨੂੰ। ਉਸ ਤੋਂ ਬਾਅਦ ਪੁਲਿਸ ਮੌਕੇ ਤੇ ਆ ਗਈ ਸੀ। ਇਸ ਅਦੀਲ ਨਾਮੀ ਲੜਕੇ ਨੂੰ ਜਿਹੜਾ ਮੋਟਰ ਮਕੈਨਿਕ ਸੀ ਇਹਨੂੰ ਮੌਕੇ ਤੋਂ ਪਕੜ ਲਿਆ ਗਿਆ ਸੀ ਔਰ ਇਹਨੇ ਇਕਬਾਲੇ ਜੁਰਮ ਵੀ ਕਰ ਲਿਆ ਸੀ। ਉਸ ਤੋਂ ਬਾਅਦ ਇਹਦੇ ਉੱਤੇ ਇੱਕ FIR ਸੈਫੁੱਲਾ ਨਿਆਜ਼ੀ ਦੇ ਬੇਟੇ ਬਾਬਰ ਨਿਆਜ਼ੀ ਨੇ 302 ਦੀ ਦਰਜ ਕਰਾਈ ਅਦੀਲ ਦੇ ਉੱਤੇ। ਉਸ ਤੋਂ ਬਾਅਦ ਅਦੀਲ ਦਾ ਜਿਹੜਾ ਕੇਸ ਆ ਟਰਾਇਲ ਦੇ ਵਿੱਚ ਸੀ, ਕੇਸ ਚੱਲ ਰਿਹਾ ਸੀ ਅਦਾਲਤ ਦੇ ਵਿੱਚ ਤੇ ਦੱਸਦੇ ਨੇ ਕਿ 12 ਤਰੀਕ ਨੂੰ ਆਖਰੀ ਪੇਸ਼ੀ ਸੀ ਜਿਸ ਵੇਲੇ ਇਹ ਤਾਰੀਖ ਤੇ ਪੇਸ਼ ਹੋਏ ਸੀ। ਤੇ ਅਦੀਲ ਦੀ ਤਰਫੋਂ ਜਿਹੜਾ ਕੇਸ ਲੜ ਰਿਹਾ ਸੀ ਉਹਦਾ ਵਾਲਦ ਜਮੀਲ ਔਰ ਉਹਦਾ ਚਾਚਾ ਸ਼ਫੀਕ ਇਹ ਪੇਸ਼ੀ ਤੇ ਜਾਂਦੇ ਸੀ ਤੇ ਉਹ ਕੇਸ ਯਾਨੀ ਲੜ ਰਹੇ ਸੀ, ਉਸ ਦੀ ਜ਼ਮਾਨਤ ਕਰਾਉਣ ਦੇ ਚੱਕਰ ਦੇ ਵਿੱਚ ਫਿਰਦੇ ਸੀ। ਤੇ ਜਿਹੜਾ ਇੰਸਪੈਕਟਰ ਸੈਫੁੱਲਾ ਨਿਆਜ਼ੀ ਦਾ ਬੇਟਾ ਬਾਬਰ ਨਿਆਜ਼ੀ ਉਹ ਵੀ 12 ਤਾਰੀਖ ਨੂੰ ਤਾਰੀਖ ਦੇ ਉੱਤੇ ਆਇਆ ਹੋਇਆ ਸੀ। ਉਹ ਦੱਸਦੇ ਨੇ ਕਿ ਸਾਨੂੰ ਇਸ ਬੰਦੇ ਨੇ ਧਮਕੀਆਂ ਦਿੱਤੀਆਂ ਔਰ ਕਿਹਾ ਕਿ ਅਗਰ ਤੁਸੀਂ ਕੇਸ ਤੋਂ ਪਿੱਛੇ ਨਾ ਹਟੇ ਤੇ ਮੈਂ ਤੁਹਾਨੂੰ ਇਸ ਦੁਨੀਆ ਤੋਂ ਹੀ ਰਵਾਨਾ ਕਰ ਦਿਆਂਗਾ। ਯਾਨੀ ਸਾਨੂੰ ਸਖਤ ਧਮਕੀਆਂ ਦਿੱਤੀਆਂ। ਇਹ ਸ਼ਫੀਕ ਦੱਸ ਰਿਹਾ, ਜਮੀਲ ਦਾ ਛੋਟਾ ਭਰਾ। ਉਹ ਦੱਸ ਰਿਹਾ ਕਿ ਉਸ ਤੋਂ ਬਾਅਦ ਵਕੂਆ ਇਸ ਤਰ੍ਹਾਂ ਹੋਇਆ ਕਿ ਇੱਕ ਸਾਨੂੰ ਫੋਨ ਜਿਹੜਾ ਬਾਰ-ਬਾਰ 3-4 ਦਿਨ ਤੋਂ ਆਂਦਾ ਸੀ ਕਿ ਸਾਨੂੰ ਚੂਹੂ ਦੇ ਇਲਾਕੇ ਦੇ ਵਿੱਚ ਇੱਕ LDA ਦੀ ਸੁਸਾਇਟੀ ਆ, ਉੱਥੇ ਇੱਕ ਰੇਤ ਦੀ ਟਰਾਲੀ ਚਾਹੀਦੀ ਆ ਤੇ ਸਾਨੂੰ ਇੱਥੇ ਰੇਤ ਪਹੁੰਚਾਓ। ਇਹ ਅੱਗੋਂ ਕਹਿਣ ਲੱਗੇ ਕਿ ਯਾਰ ਤੂੰ ਇੱਥੋਂ ਰੇਤ ਲੈ ਲਾ, ਤੂੰ ਐਡੀ ਦੂਰੋਂ ਜ਼ਰੂਰ ਮੰਗਾਣੀ ਆ। ਉਹ ਕਹਿਣ ਲੱਗਾ ਕਿ ਇੱਥੇ ਰੇਤ ਜਿਹੜੀ ਹੈ ਸ਼ਾਰਟ ਆ, ਰੇਤ ਨਹੀਂ ਮਿਲ ਰਹੀ, ਲਿਹਾਜ਼ਾ ਤੁਸੀਂ ਸਾਨੂੰ ਰੇਤ ਪਹੁੰਚਾਓ ਔਰ ਪੈਸੇ ਅਸੀਂ ਤੁਹਾਨੂੰ ਜ਼ਿਆਦਾ ਦੇ ਦਾਂਗੇ। ਦੱਸਦੇ ਨੇ ਕਿ 17,000 ਰੁਪਏ ਦੇ ਵਿੱਚ ਡੀਲ ਜਿਹੜੀ ਹੋਈ ਸੀ। ਉਹਨਾਂ ਨੇ ਕਿਹਾ ਕਿ ਅਸੀਂ 17,000 ਰੁਪਇਆ ਤੁਹਾਨੂੰ ਦੇ ਦਾਂਗੇ, ਤੁਸੀਂ ਰੇਤ ਸਾਨੂੰ ਜਿਹੜੀ ਹੈ ਇੱਥੇ ਪਹੁੰਚਾ ਕੇ ਜਾਵੋ। ਹੁਣ ਇਹ ਜਮੀਲ ਜਿਹੜਾ ਜੁਮੇ ਵਾਲੇ ਦਿਨ ਲੈ ਕੇ ਟਰਾਲੀ ਭਰ ਕੇ ਨਿਕਲਦਾ ਕੋ 10-10:30 ਵਜੇ ਘਰੋਂ। ਕਹਿੰਦੇ ਨੇ ਕਿ 12:30 ਵਜੇ ਜਿਸ ਵੇਲੇ ਉੱਥੇ ਪਹੁੰਚਿਆ, ਨਾਲ ਦੱਸਦੇ ਨੇ ਕਿ ਸ਼ਫੀਕ ਜਿਹੜਾ ਨਾ ਉਹਦਾ ਛੋਟਾ ਭਰਾ ਉਹ ਮੋਟਰਸਾਈਕਲ ਤੇ ਜਾ ਰਿਹਾ ਨਾਲ ਤਾਂ ਕਿ ਦੋਨੋਂ ਗੱਲਾਂ ਕਰਦੇ ਜਾ ਰਹੇ ਨੇ ਤੇ ਨਾਲ ਇਹ ਡਰਦੇ ਵੀ ਨੇ ਕਿ ਕੋਈ ਵਾਕਿਆ ਜਾਂ ਵਕੂਆ ਨਾ ਹੋ ਜਾਏ। ਦੱਸਦੇ ਨੇ ਕਿ 3-4 ਦਿਨ ਹੋ ਗਏ ਸੀ ਕੋਈ ਇਹਨਾਂ ਦੇ ਘਰ ਕੋਈ ਸਰਕਲ ਸਿੱਧਾ ਨਹੀਂ ਸੀ ਹੈਗਾ। ਇਹ ਵੀ ਲਾਲਚ ਦੇ ਵਿੱਚ ਆ ਗਿਆ ਵੀ ਚਲੋ ਯਾਰ 17,000 ਰੁਪਈਆ ਮਿਲ ਰਿਹਾ, ਚਲੋ ਕੋ ਘਰ ਦਾ ਸਰਕਲ ਸਿੱਧਾ ਹੋ ਜਾਏਗਾ। ਇਹ ਟਰਾਲੀ ਰੇਤ ਦੀ ਲੈ ਕੇ ਗਏ। ਜਿਸ ਵੇਲੇ ਦੱਸਦੇ ਨੇ ਕਿ ਉੱਥੇ ਚੂੰਗ ਦੇ ਕੋਲ LDA ਸੁਸਾਇਟੀ ਦੇ ਅੱਗੇ ਇੱਕ ਗੋਲ ਚੱਕਰ ਆ, ਉੱਥੇ ਜਿਸ ਵੇਲੇ ਪਹੁੰਚੇ ਤੇ ਉੱਥੋਂ 3 ਬੰਦੇ ਨਿਕਲੇ ਨੇ ਤੇ ਉਹਨਾਂ ਨੇ ਇਹਦੇ ਉੱਤੇ ਫਾਇਰਿੰਗ ਕਰ ਦਿੱਤੀ ਔਰ ਇੱਕ ਫਾਇਰ ਜਿਹੜਾ ਇੱਥੇ ਜਬੜੇ ਦੇ
ਉੱਤੇ ਲੱਗਾ ਤੇ ਇੱਕ ਇੱਥੇ ਸਾਈਡ ਤੇ ਲੱਗਾ। ਤੇ ਦੱਸਦੇ ਨੇ ਕਿ ਉਸ ਤੋਂ ਬਾਅਦ 5 ਫਾਇਰ ਉਹਦੇ ਉੱਤੇ ਕੀਤੇ ਗਏ, ਜਿਹਦੇ ਵਿੱਚੋਂ ਸਿਰਫ 2 ਫਾਇਰ ਲੱਗੇ ਨੇ। ਉਸ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਬੰਦਾ ਮਰ ਗਿਆ ਜਾਂ ਕੀ ਹੋਇਆ, ਕੋਲ ਜਾ ਕੇ ਵੇਖੀਏ। ਬਸ ਉਹਨਾਂ ਨੇ ਫਾਇਰ ਮਾਰੇ ਤੇ ਮਾਰ ਕੇ ਤੇ ਨੱਸ ਗਏ। ਉਸ ਤੋਂ ਬਾਅਦ ਫਿਰ ਉਹ ਬੰਦਾ ਜਿਹੜਾ ਸੀ ਜਮੀਲ, ਦੱਸਦੇ ਨੇ ਕਿ ਹਜੇ ਉਹਦੀਆਂ ਸਾਹਾਂ ਚੱਲ ਰਹੀਆਂ ਸੀ, ਉਹਦੇ ਕੋਲ ਮੋਬਾਈਲ ਸੀ, ਉਹਨੇ ਮੋਬਾਈਲ ਕੱਢ ਕੇ 15 ਤੇ ਕਾਲ ਕੀਤੀ। ਪੁਲਿਸ ਆ ਗਈ ਤੇ ਉਸ ਤੋਂ ਬਾਅਦ ਜਿਸ ਵੇਲੇ ਪੁਲਿਸ ਆਈ ਆ ਤੇ ਉਹ ਫਿਰ ਸਾਹ ਜਿਹੜੇ ਉਹਦੇ ਸੀ ਖਤਮ ਹੋ ਗਏ ਸੀ। ਫਿਰ ਪੁਲਿਸ ਉਹਨੂੰ ਚੁੱਕ ਕੇ ਜਿਨਾਹ ਹਸਪਤਾਲ ਲੈ ਜਾਂਦੀ ਆ ਉਹਦੀ ਪੋਸਟਮਾਰਟਮ ਵਾਸਤੇ। ਦੱਸਦੇ ਨੇ ਕਿ ਹਜੇ ਤੱਕ ਉਹਦਾ ਪੋਸਟਮਾਰਟਮ ਰਿਪੋਰਟ ਜਿਹੜੀ ਆ ਮੁਕੰਮਲ ਨਹੀਂ ਹੋਈ, ਹਜੇ ਤੱਕ ਉਹਦੀ ਲਾਸ਼ ਜਿਹੜੀ ਆ ਵਰਸਾ ਦੇ ਹਵਾਲੇ ਨਹੀਂ ਕੀਤੀ ਗਈ। ਔਰ ਸ਼ਫੀਕ ਜਿਹੜਾ ਛੋਟਾ ਭਰਾ ਆ ਔਰ ਉਹਦਾ ਇੱਕ ਸਾਲਾ ਗੁਲਾਮ ਰਜ਼ਾ, ਇਹ ਦੱਸਦੇ ਨੇ ਸਾਨੂੰ 3-4 ਦਿਨ ਤੋਂ ਧਮਕੀਆਂ ਆ ਰਹੀਆਂ ਸੀ, ਲੇਕਿਨ ਅਸੀਂ ਡਰਦੇ ਵੀ ਸੀ ਵੀ ਕੋਈ ਵਾਕਿਆ ਨਾ ਹੋ ਜਾਏ, ਕਿਉਂਕਿ ਸਾਨੂੰ ਉਹਨੇ 12 ਤਰੀਕ ਨੂੰ ਉੱਥੇ ਵੀ ਧਮਕੀ ਬਾਬਰ ਨਿਆਜ਼ੀ ਨੇ ਦਿੱਤੀ ਸੀ। ਹੁਣ ਇਸ ਜਮੀਲ ਦੇ ਘਰ ਦੇ ਵਿੱਚ ਜਿਹੜਾ ਇੱਕ ਜਮੀਲ ਦੀ ਬੀਵੀ ਆ, ਇੱਕ ਜਮੀਲ ਦਾ ਬੇਟਾ ਆ ਜਿਹੜਾ 16-17 ਸਾਲ ਦੀ ਉਮਰ ਦਾ ਆ, ਤੇ 2 ਬੇਟੀਆਂ ਆ। ਤੇ ਇੱਕ ਬੇਟਾ ਜਿਹੜਾ ਅਦੀਲ ਆ, ਉਹ ਤਾਂ ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਆ, ਉਹਦੇ ਉੱਤੇ ਇੰਸਪੈਕਟਰ ਸੈਫੁੱਲਾ ਨਿਆਜ਼ੀ ਦੇ ਕਤਲ ਦਾ ਮੁਕੱਦਮਾ। ਦੱਸਦੇ ਨੇ ਕਿ ਅਦੀਲ ਦੀਆਂ ਵੀ 2 ਬੇਟੀਆਂ, ਇਹ ਵੀ ਸ਼ਾਦੀशुदा ਸੀ। ਦੱਸਦੇ ਨੇ ਕਿ ਜਦੋਂ ਇਹਦਾ ਪੋਸਟਮਾਰਟਮ ਰਿਪੋਰਟ ਮੁਕੰਮਲ ਹੋ ਜਾਏਗੀ ਕਿ ਇਹਦਾ ਜਿਹੜਾ ਮੂੰਹ ਆ ਨਾ, ਇਹਦੇ ਬੇਟੇ ਨੂੰ ਅਦੀਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਆ, ਇਹਦੀ ਲਾਸ਼ ਨੂੰ ਮਈਅਤ ਨੂੰ ਉੱਥੇ ਲਿਜਾਇਆ ਜਾਏਗਾ ਔਰ ਉਹਨੂੰ ਅਦੀਲ ਨੂੰ ਇਹਦਾ ਮੂੰਹ ਜਿਹੜਾ ਨਾ ਆਖਰੀ ਦੀਦਾਰ ਜਿਹੜਾ ਕਰਾਇਆ ਜਾਏਗਾ। ਲੇਕਿਨ ਹਜੇ ਤੱਕ ਪੋਸਟਮਾਰਟਮ ਰਿਪੋਰਟ ਮੁਕੰਮਲ ਨਹੀਂ ਹੋਈ। ਅੱਜ ਇਤਵਾਰ ਆ, ਹੋ ਸਕਦਾ ਕਿ ਅੱਜ ਵੀ ਪੋਸਟਮਾਰਟਮ ਰਿਪੋਰਟ ਮੁਕੰਮਲ ਨਾ ਹੋਵੇ, ਕਿਉਂਕਿ ਅੱਜ ਸ਼ਾਇਦ ਡਾਕਟਰ ਨਾ ਆਣ। ਲੇਕਿਨ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਪੋਸਟਮਾਰਟਮ ਰਿਪੋਰਟ ਮੁਕੰਮਲ ਹੋ ਜਾਏਗੀ ਔਰ ਸ਼ਾਮ ਤੱਕ ਲਵਾਹਿਕੀਨ ਨੂੰ ਉਹਦੀ ਮਈਅਤ ਜਿਹੜੀ ਆ, ਲਾਸ਼ ਆ ਜਿਹੜੀ ਮਿਲ ਜਾਏਗੀ ਔਰ ਉਸ ਤੋਂ ਬਾਅਦ ਫਿਰ ਉਹਦਾ ਕਫਨ ਦਫਨ ਦਾ ਕੰਮ ਜਿਹੜਾ ਉਹ ਸ਼ੁਰੂ ਹੋਏਗਾ। ਲਵਾਹਿਕੀਨ ਦੱਸਦੇ ਨੇ ਕਿ ਅਸੀਂ ਉਹਦੇ ਕਬਰ ਦਾ ਵੀ ਇੰਤਜ਼ਾਮ ਕਰ ਲਿਆ, ਕਬਰ ਦੀ ਖੁਦਾਈ ਵੀ ਕਰਵਾ ਲਈ ਆ, ਲੇਕਿਨ ਹਜੇ ਤੱਕ ਸਾਨੂੰ ਡੈਡ ਬਾਡੀ ਜਿਹੜੀ ਆ ਉਹ ਨਹੀਂ ਮਿਲੀ, ਉਹਦਾ ਇੰਤਜ਼ਾਰ ਆ। ਔਰ ਇਸ ਦੇ ਵਿੱਚ ਉਹ ਦੱਸਦੇ ਨੇ ਕਿ ਅਸੀਂ 3 ਬੰਦਿਆਂ ਦੇ ਉੱਤੇ ਪਰਚਾ ਕਰਵਾਵਾਂਗੇ, ਜਿਹਦੇ ਵਿੱਚ ਇੱਕ ਬਾਬਰ ਨਿਆਜ਼ੀ, ਸੈਫੁੱਲਾ ਨਿਆਜ਼ੀ ਦਾ ਬੇਟਾ, 2 ਨਾਮਲੂਮ ਅਫਰਾਦ ਨੇ ਜਿਨ੍ਹਾਂ ਦੇ ਉੱਤੇ FIR ਦਰਜ ਕੀਤੀ ਜਾਏਗੀ। ਇਹ ਬੜਾ ਅਫਸੋਸਨਾਕ ਵਾਕਿਆ ਸੀ ਕਿ ਪਹਿਲਾਂ ਅਦੀਲ ਨੇ ਸੈਫੁੱਲਾ ਨਿਆਜ਼ੀ ਨੂੰ ਮਾਰ ਦਿੱਤਾ, ਉਹਦੇ ਬੇਟੇ ਨੇ ਬਦਲਾ ਲੈਣ ਦੀ ਖਾਤਰ ਤੇ ਇਸ ਅਦੀਲ ਦੇ ਵਾਲਦ ਜਮੀਲ ਨੂੰ ਮਾਰ ਦਿੱਤਾ। ਤੇ ਹੁਣ ਅੱਗੇ ਅੱਲਾ ਹੀ ਬਿਹਤਰ ਜਾਣਦਾ ਕਿ ਇਹਨਾਂ ਦੇ ਦਰਮਿਆਨ ਸੁਲ੍ਹਾ ਹੁੰਦੀ ਆ ਜਾਂ ਕੋਈ ਨਵੀਂ ਦੁਸ਼ਮਣੀ ਇੱਕ ਸ਼ੁਰੂ ਹੋ ਜਾਂਦੀ ਹੈ, ਗੈਂਗਵਾਰ ਜਿਹੜਾ ਬਣ ਜਾਂਦਾ ਆ, ਉਧਰ ਫਿਰ ਇੱਕ ਦੂਜੇ ਦੇ ਬੰਦੇ ਮਾਰਨਗੇ। ਬਹੁਤ ਗਲਤ ਕੰਮ ਹੋਇਆ। ਤੁਸੀਂ ਕਮੈਂਟਸ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਿ ਇਹ ਜਿਹੜਾ ਵਾਕਿਆ ਇਹ ਆਇਆ ਠੀਕ ਹੋਇਆ ਜਾਂ ਗਲਤ ਹੋਇਆ, ਕਿ ਉਹਨੇ ਬਦਲਾ ਲਿਆ ਜਾਂ ਗਲਤ ਕੀਤਾ ਬਦਲਾ ਲੈ ਕੇ, ਜਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਸੀ। ਹੁਣ ਅੱਗੋਂ ਇਹਨਾਂ ਘਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ? ਇਹਨਾਂ ਨੂੰ ਵੀ ਮਾਫ ਕਰ ਦੇਣਾ ਚਾਹੀਦਾ, ਸੁਲ੍ਹਾ ਹੋ ਜਾਣੀ ਚਾਹੀਦੀ ਆ, ਜਾਂ ਕੀ ਤੁਹਾਡੀ ਰਾਏ ਆ? ਜਾਂ ਇਹ ਕੇਸ ਚੱਲੇਗਾ ਜਾਂ ਦੁਸ਼ਮਣੀ ਜਿਹੜੀ ਆ ਅੱਗੇ ਵਧੇਗੀ? ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। अस्सलामु अलैकुम व रहमतुल्लाहि व बरकातुहू।